ਆਧਾਰਾ ਸਤਿਗੁਰੂ ਭਗਤ ਵਸ਼ਲ ਸਤਿਗੁਰੂ ਦੀਨ ਦਇਆਲ ਸਤਿਗੁਰੂ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਪਰਮੇਸ਼ਵਰ ਸਰੂਪ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰਾਂ ਦੀਆਂ ਹਾਜ਼ਰੀਆਂ ਦਰਸ਼ਨ ਦੀਦਾਰੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਗੁਰੂ ਮਹਾਰਾਜ ਸਾਰਿਆਂ ਨੂੰ ਪ੍ਰੇਰ ਕੇ ਲੈ ਕੇ ਆਏ, ਆਪਣੇ ਦਰਸ਼ਨ ਦੀਦਾਰੇ ਬਖਸ਼ ਰਹੇ ਨੇ। ਬਹੁਤ ਹੀ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਨੇ ਸਾਰਿਆਂ ਨੂੰ ਸ਼ਬਦ ਸ਼ਰਵਣ ਕਰਵਾਇਆ। ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਜੋ ਕੁਝ ਸਮੇਂ ਤੋਂ ਇਸ ਪਾਵਨ ਪਵਿੱਤਰ ਸਥਾਨ ਤੇ ਆਰੰਭ ਹੈ, ਉਹ ਮਾਝ ਦੀ ਵਾਰ ਤੱਕ ਪਹੁੰਚੀ ਹੈ। ਸਾਧ ਸੰਗਤ ਜੀ, ਅੱਜ ਦੇ ਸ਼ਬਦ ਮਾਝ ਰਾਗ ਦੇ ਵਿੱਚ, ਇਹ ਮਾਝ ਕੀ ਵਾਰ ਜਿਹੜਾ ਰਾਗ ਮਾਝ ਹੈ, ਇਹ ਗੁਰਮਤ ਸੰਗੀਤ ਵਿੱਚ ਹੀ ਪਾਇਆ ਜਾਂਦਾ ਹੈ। ਇਸ ਤੋਂ ਪਹਿਲੇ ਮਾਝ ਰਾਗ ਦਾ ਕੋਈ ਵਜੂਦ ਹਿੰਦੁਸਤਾਨੀ ਸੰਗੀਤ ਵਿੱਚ ਨਹੀਂ ਮਿਲਿਆ। ਗੁਰੂ ਸਾਹਿਬਾਨਾਂ ਨੇ ਹੀ ਇਹ ਰਾਗ ਉਚਾਰਨ ਕਰਕੇ, ਇਹ ਰਾਗ ਦੀ ਬਣਤਰ ਬਣਾ ਕੇ ਇਹਦੇ ਵਿੱਚ ਗੁਰਬਾਣੀ ਨੂੰ ਇਹਦੇ ਵਿੱਚ ਪਿਰੋਇਆ। ਇਹ ਮਾਝ ਦੀ ਵਾਰ ਵਿੱਚ ਤਕਰੀਬਨ 63 ਸ਼ਲੋਕ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ। ਸੋ ਆਓ ਅਗਲੇ ਕੁਝ ਸਮੇਂ ਵਾਸਤੇ ਯਤਨ ਕਰੀਏ ਗੁਰਬਾਣੀ ਦੇ ਵਿਚਾਰ ਪੜ੍ਹਨ ਦੀ, ਸਮਝਣ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ। ਗੁਰੂ ਮਹਾਰਾਜ ਮਿਹਰ ਕਰਨ, ਇਹ ਗੁਰਬਾਣੀ ਕਥਾ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਵਸੇ, ਸਾਡੇ ਜੀਵਨ ਦਾ ਕਾਰਨ ਬਣੇ। ਉਹ ਸਿੱਖਿਆ, ਉਹ ਪਰਉਪਕਾਰ ਅਸੀਂ ਵੀ ਆਪਣੇ ਜੀਵਨ ਵਿੱਚ ਅਪਣਾ ਸਕੀਏ। ਸ਼ਲੋਕ ਮਹੱਲਾ ਪਹਿਲਾ। ਸਾਧ ਸੰਗਤ ਜੀ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਰੀ ਗੁਰਬਾਣੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਅੱਖਰ ਵਰਤਿਆ ਗੁਰੂ ਸਾਹਿਬਾਨਾਂ ਨੇ। ਅੱਖਰੀ ਅਰਥ ਮਹਲ, ਮਹੱਲਾ ਇਸਤਰੀ ਬਣਦਾ ਹੈ ਜੀ। ਗੁਰੂ ਮਹਾਰਾਜ ਬੇਅੰਤ ਨਿਮਰਤਾ ਦੇ ਘਰ ਦੇ ਵਿੱਚ ਆ ਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਨਾਰਾਇਣ ਸਰੂਪ ਨੇ, ਪਰਮੇਸ਼ਵਰ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਸਰੂਪ ਨੇ, ਪਰ ਫਿਰ ਵੀ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰੱਖਦੇ ਹੋਏ ਗੁਰੂ ਮਹਾਰਾਜ ਆਪਣੇ ਆਪ ਨੂੰ ਪਰਮੇਸ਼ਵਰ ਦੀ ਇਸਤਰੀ ਮਹੱਲਾ ਅੱਖਰ ਵਰਤ ਰਹੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਮਹਲ ਸ਼ਲੋਕ ਮਹੱਲਾ ਪਹਿਲਾ। ਮਾਰੂ ਮੀਹ ਨਾ ਤ੍ਰਿਪਤਿਆ। ਸਾਧ ਸੰਗਤ ਜੀ, ਜਦੋਂ ਮੀਂਹ ਪੈਂਦਾ ਹੈ, ਬਹੁਤ ਤੇਜ਼ ਮੀਂਹ ਪੈਂਦਾ ਹੈ, ਹੋਰ ਤੇਜ਼ ਮੀਂਹ ਪੈਂਦਾ ਹੈ, ਮੀਂਹ ਪਈ ਜਾਂਦਾ ਹੈ, ਕਦੀ ਵੀ ਮੀਂਹ ਤ੍ਰਿਪਤਿਆ ਨਹੀਂ ਹੈਗਾ। ਮਹਾਰਾਜ, ਗੁਰੂ ਮਹਾਰਾਜ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ ਦੁਨਿਆਵੀ ਤੌਰ ਤੇ ਕਿ ਜਦੋਂ ਮੀਂਹ ਪੈਂਦਾ ਹੈ, ਉਹ ਪੈਂਦੇ ਹੋਏ ਮੀਂਹ ਦੀ ਤ੍ਰਿਪਤੀ ਨਹੀਂ ਹੁੰਦੀ, ਉਹ ਹੋਰ ਪੈਂਦਾ ਆ, ਹੋਰ ਪੈਣ ਦਾ ਜੀਅ ਕਰਦਾ ਹੈ। ਬਦਲਾਂ ਦੀ ਕਦੀ ਤ੍ਰਿਪਤੀ ਨਹੀਂ ਹੁੰਦੀ।
ਅੱਗੀ ਲਹੈ ਨਾ ਭੁੱਖ। ਅੱਗ ਦੀ ਜਿਹੜੀ ਭੁੱਖ ਹੈਗੀ ਆ, ਜਦੋਂ ਅੱਗ ਲਗਾਈ ਜਾਂਦੀ ਹੈ ਤੇ ਜਿੰਨਾ ਮਰਜ਼ੀ ਲੱਕੜ ਪਾਈ ਜਾਓ, ਅੱਗ ਦੀ ਭੁੱਖ ਨਹੀਂ ਮਿਟਦੀ। ਕਹਿਣ ਦਾ ਭਾਵ ਹੈਗਾ ਆ ਕਿ ਕਿੰਨੀ ਕੁ ਭੁੱਖ ਹੈਗੀ ਆ ਕਿਸੇ ਨੂੰ ਨਹੀਂ ਪਤਾ। ਜਿੰਨੀ ਲੱਕੜ ਪਾਈ ਜਾਓਗੇ ਉਨੀ ਅੱਗ ਵੱਧਦੀ ਜਾਏਗੀ, ਉਨੀ ਦੇਰ ਤੱਕ ਅੱਗ ਬਲਦੀ ਜਾਏਗੀ। ਇਹੋ ਜਿਹਾ ਸਮਾਂ ਨਹੀਂ ਆਉਂਦਾ ਕਿ ਜਦੋਂ ਅੱਗ ਬਲ ਰਹੀ ਹੈ ਔਰ ਉਹਦੇ ਵਿੱਚ ਲੱਕੜ ਪਾਈ ਜਾਓ ਔਰ ਅੱਗ ਬੁਝ ਜਾਵੇ, ਕਿਉਂਕਿ ਅੱਗ ਦੀ ਭੁੱਖ ਬਹੁਤ ਵੱਡੀ ਗੁਰੂ ਮਹਾਰਾਜ ਬਿਆਨ ਕਰ ਰਹੇ ਨੇ। ਰਾਜਾ ਰਾਜ ਨਾ ਤ੍ਰਿਪਤਿਆ। ਰਾਜੇ ਮਹਾਰਾਜਿਆਂ ਦਾ ਦੁਨੀਆ ਦੇ ਵਿੱਚ ਬੇਅੰਤ ਰਾਜੇ ਹੋਏ, ਹੁਣ ਵੀ ਹੈਗੇ, ਇਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ। ਇੱਕ ਜਗ੍ਹਾ ਕਬਜ਼ਾ ਕਰ ਲਿਆ, ਦੂਸਰੀ ਜਗ੍ਹਾ, ਤੀਸਰੀ ਜਗ੍ਹਾ, ਚੌਥੀ ਜਗ੍ਹਾ, ਇਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ। ਗੁਰੂ ਮਹਾਰਾਜ ਦੁਨਿਆਵੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ। ਸਾਇਰ ਭਰੇ ਕਿ ਸੁੱਕ। ਮਹਾਰਾਜ ਕਹਿ ਰਹੇ ਨੇ ਸਮੁੰਦਰਾਂ ਦਾ ਜਿਹੜਾ ਪਾਣੀ ਹੈ, ਬਾਰ-ਬਾਰ ਲਹਿਰਾਂ ਆਉਂਦੀਆਂ ਆ, ਬਾਰ-ਬਾਰ ਚਲੀਆਂ ਜਾਂਦੀਆਂ ਆ, ਕਦੀ ਨਹੀਂ ਸੁੱਕਦਾ, ਕਦੀ ਵੀ ਭੁੱਖ ਨਹੀਂ ਮਿਟਦੀ। ਇੱਦਾਂ ਲੱਗਦਾ ਕਿ ਹਮੇਸ਼ਾ ਭੁੱਖਾ ਰਹਿੰਦਾ ਆ। ਜਦੋਂ ਲਹਿਰਾਂ ਸਮੁੰਦਰ ਦੀਆਂ ਤੱਟ ਤੇ ਆਉਂਦੀਆਂ, ਫਿਰ ਵਾਪਿਸ ਚਲੀਆਂ ਜਾਂਦੀਆਂ, ਫਿਰ ਆਉਂਦੀਆਂ, ਫਿਰ ਵਾਪਿਸ ਚਲੀਆਂ ਜਾਂਦੀਆਂ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਹੁਣ ਮਹਾਰਾਜ ਤਤ ਦੀ ਗੱਲ ਤੇ ਆ ਰਹੇ ਨੇ ਕਿ ਜਿਸ ਤਰ੍ਹਾਂ ਉੱਪਰਲੇ ਐਗਜ਼ਾਮਪਲ ਦਿੱਤੇ ਨੇ, ਜਿਸ ਤਰ੍ਹਾਂ ਮੀਂਹ ਬਹੁਤ ਪੈਂਦਾ ਹੈ, ਕਦੀ ਰੁਕਣ ਵਾਲਾ ਮਹਿਸੂਸ ਨਹੀਂ ਹੁੰਦਾ। ਅੱਗ ਦੇ ਵਿੱਚ ਜਿੰਨੀ ਮਰਜ਼ੀ ਲੱਕੜ ਪਾਈ ਜਾਓ, ਕਦੀ ਭੁੱਖ ਨਹੀਂ ਮਿਟਦੀ। ਰਾਜੇ ਮਹਾਰਾਜਿਆਂ ਦਾ ਲਾਲਚ, ਭੁੱਖ ਕਦੀ ਨਹੀਂ ਮਿਟਦੀ। ਸਮੁੰਦਰ ਦੀ ਭੁੱਖ ਕਦੀ ਨਹੀਂ ਮਿਟਦੀ। ਇਸੀ ਤਰ੍ਹਾਂ ਮਹਾਰਾਜ ਕਹਿ ਰਹੇ ਨੇ ਕਿ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ। ਜਿਹੜੇ ਨਾਮ ਜਪਣ ਵਾਲਿਆਂ ਦੀ ਭੁੱਖ ਹੈ ਨਾ ਸਾਧ ਸੰਗਤ ਜੀ, ਉਹ ਵੀ ਕੋਈ ਨਹੀਂ ਜਾਣ ਸਕਦਾ ਕਿਹੜੇ ਰੰਗ ਦੇ ਵਿੱਚ ਰੱਤੇ ਹੋਏ ਨੇ, ਕਿਹੜੇ ਰੰਗ ਦੇ ਵਿੱਚ ਰੱਤੇ ਹੋਏ। ਅੰਮ੍ਰਿਤ ਵੇਲੇ ਤੋਂ ਉੱਠ ਕੇ ਸਾਰਾ ਦਿਨ ਵਾਹਿਗੁਰੂ 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 ਵਾਹਿਗੁਰੂ, ਕੰਮ ਕਾਜ ਕਰਦੇ ਹਾਂ, ਸਕੂਲ ਕਾਲਜ ਜਾਂਦੇ ਹਾਂ, ਪੜ੍ਹਾਈ ਕਰਦੇ ਹਾਂ, ਗੱਡੀ ਚਲਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਬਣਾਉਂਦੇ ਹਾਂ, ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਆ, ਉਹਨਾਂ ਦੀ ਭੁੱਖ ਕਦੀ ਨਹੀਂ ਮਿਟਦੀ, ਕਦੀ ਵੀ ਤ੍ਰਿਪਤ ਨਹੀਂ ਹੁੰਦੇ। ਹੋਰ ਤੇ ਹੋਰ, ਹੋਰ ਤੇ ਹੋਰ। ਇੱਥੇ ਬਹੁਤ ਬਜ਼ੁਰਗ ਸਜੇ ਹੋਣੇ ਨੇ, ਸਾਡੇ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਵੀ। ਕਿੰਨੇ ਹੀ ਸਾਲ ਹੋ ਗਏ ਇਹਨਾਂ ਦੇ ਦਰਸ਼ਨ ਇਸ ਅਸਥਾਨ ਤੇ ਕਰਦੇ ਹੋਏ, ਪਰ ਕੋਈ ਪੁੱਛੇ ਇਹਨਾਂ ਦੀ ਭੁੱਖ ਮਿਟੀ? ਸਾਰਾ ਦਿਨ ਗੁਰਬਾਣੀ ਦੇ ਨਾਲ ਜੁੜਨਾ, ਸਾਰਾ ਦਿਨ ਪ੍ਰਚਾਰ ਕਰਨਾ। ਇੱਥੇ ਜਦੋਂ ਸੇਵਾ 'ਚ ਨਿਭਾਉਂਦੇ ਨੇ, ਇੱਥੋਂ ਬਾਹਰ ਜਾ ਕੇ ਵੀ ਸੇਵਾ ਕਰਦੇ ਨੇ, ਚਾਰੋਂ ਦਿਨ ਚਾਰੋਂ ਪਾਸੇ 24 ਘੰਟੇ ਗੁਰਬਾਣੀ ਦੇ ਆਲੇ ਦੁਆਲੇ, ਪਰ ਭੁੱਖ ਮਿੱਟੀ ਨਹੀਂ। ਇਹ ਗੁਰਮੁਖਾਂ ਦੀ ਨਿਸ਼ਾਨੀ ਸਾਧ ਸੰਗਤ ਜੀ। ਕਿੰਨੇ ਹੀ ਸੱਜਣ ਜਪਜੀ ਸਾਹਿਬ ਦਾ ਪਾਠ ਕਿੰਨੇ ਹੀ ਸਾਲਾਂ ਤੋਂ ਕਰ ਰਹੇ ਨੇ, ਸੁਖਮਨੀ ਸਾਹਿਬ ਦੇ ਪਾਠ ਕਰ ਰਹੇ ਨੇ, ਮੂਲ ਮੰਤਰ ਦਾ ਜਾਪ ਕਰ ਰਹੇ ਨੇ। ਕਿ ਭੁੱਖ ਮਿੱਟੀ? ਕਿਦਾਂ ਲੱਗਿਆ ਕਿ ਹੁਣ ਚਲੋ ਹੋ ਗਿਆ, ਬਸ ਬਹੁਤ ਹੈ, ਹੁਣ ਸਾਰੀ ਜ਼ਿੰਦਗੀ ਦਾ ਕੋਟਾ ਹੋ ਗਿਆ, ਹੁਣ ਹੋਰ ਨਹੀਂ ਕਰਨਾ ਨਾ। ਇਹ ਨਾਮ ਦੀ ਸ਼ਕਤੀ ਹੈ ਸਾਧ ਸੰਗਤ ਜੀ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਇਹ ਉਹ ਭੁੱਖ ਹੈ ਜੋ ਰੋਜ਼ ਨਿਤ ਨਵੀਂ ਚੜ ਜਾਂਦੀ ਹੈ। ਇਹ ਉਹ ਖੁਮਾਰੀ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਉਹ ਖੁਮਾਰੀ ਹੈ ਜੋ ਚੜ੍ਹਦੀ ਹੈ, ਉਤਰਦੀ ਨਹੀਂ ਹੈ। ਉਹ ਚੜ੍ਹਦੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੈ। ਅੱਗੇ ਮਹਾਰਾਜ ਪੰਕਤੀਆਂ ਲੈ ਕੇ ਆਉਣਗੇ। ਮਹੱਲਾ ਦੂਜਾ। ਨਿਹਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ। ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਗੁਰੂ ਮਹਾਰਾਜ ਬਿਆਨ ਕਰ ਰਹੇ ਨੇ, ਇਹ ਜਨਮ ਬੇਅਰਥ ਹੈ, ਇਹ ਜਨਮ ਕਿਸੇ ਕੰਮ ਦਾ ਨਹੀਂ ਜੇ ਅਸੀਂ ਗੁਰਬਾਣੀ ਦੇ ਨਾਲ, ਨਾਮ ਦੇ ਨਾਲ ਨਹੀਂ ਜੁੜਦੇ। ਬ੍ਰਹਮ ਨਾ ਬਿੰਦ ਤੇ, ਬਿਲਕੁਲ ਵਿਅਰਥ ਹੋ ਜਾਂਦਾ ਹੈ ਜੀਵਨ
ਜਦੋਂ ਅਸੀਂ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਆ ਕੇ ਉਹਦੇ ਜਨ ਨਾਲ ਜੁੜਨ ਦਾ ਯਤਨ ਨਹੀਂ ਕਰਦੇ, ਉਹਦੇ ਸ਼ੁਕਰਾਨੇ ਵਿੱਚ ਨਹੀਂ ਰਹਿੰਦੇ। ਸਾਧ ਸੰਗਤ ਜੀ, ਸਾਡੇ ਵੱਸ ਵਿੱਚ ਹੈ ਵੀ ਕੀ? ਵਾਟ ਕੈਨ ਵੀ ਡੂ? ਅਸੀਂ ਕਰ ਵੀ ਕੀ ਸਕਦੇ ਹਾਂ? ਸਾਰਾ ਜ਼ੋਰ, ਸਾਰੀ ਤਾਕਤ, ਸਾਰਾ ਜਸ, ਸਾਰੇ ਪਦਾਰਥ, ਸਭ ਦੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਝੋਲੀ ਦੇ ਵਿੱਚ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਝੋਲੀਆਂ ਦੇ ਵਿੱਚ। ਜੇ ਜਿੱਥੇ ਪਤਾ ਹੈ ਕਿ ਸਾਡੀ ਚੱਲਣੀ ਨਹੀਂ ਹੈਗੀ, ਤੇ ਉੱਥੇ ਫਿਰ ਨਾਨਕ ਗਰੀਬ ਢਹਿ ਪਿਆ ਦੁਆਰੇ, ਉੱਥੇ ਢਹਿਣਾ ਹੀ ਚੰਗਾ। ਜਿੱਥੇ ਨਾ ਚਲਦੀ ਹੋਵੇ ਉੱਥੇ ਢਹਿਣਾ ਹੀ ਚੰਗਾ। ਸਾਗਰੰ ਸੰਸਾਰ ਸੇ ਗੁਰ ਪ੍ਰਸਾਦੀ ਤਰਹਿ ਕੇ। ਪਹਿਲੀ ਪੰਕਤੀ ਵਿੱਚ ਮਹਾਰਾਜ ਕਹਿ ਰਹੇ ਨੇ ਕਿ ਬਿਨਾਂ ਨਾਮ ਤੋਂ, ਬਿਨਾਂ ਸੇਵਾ ਤੋਂ, ਬਿਨਾਂ ਬਾਣੀ ਤੋਂ ਜੀਵਨ ਵਿਅਰਥ ਹੈ। ਫਿਰ ਮਹਾਰਾਜ ਕੀ ਕਰੀਏ? ਮਹਾਰਾਜ ਕਹਿੰਦੇ ਨੇ ਭਵ ਸਾਗਰ ਨੂੰ ਤਾਰ ਲੰਘਣਾ ਆ। ਜੇ ਇਸ ਭਵ ਸਾਗਰ ਤੋਂ ਪਾਰ ਲੰਘਣਾ ਹੈ, ਜੇ ਆਪਣੇ ਕਾਮ ਦੇ ਉੱਪਰ ਕੰਟਰੋਲ ਕਰਨਾ ਹੈ, ਜੇ ਆਪਣੇ ਕ੍ਰੋਧ ਦੇ ਉੱਪਰ ਕੰਟਰੋਲ ਕਰਨਾ ਹੈ, ਜੇ ਆਪਣੇ ਗੁੱਸੇ ਨੂੰ ਸੰਭਾਲਣਾ ਹੈ, ਜੇ ਆਪਣੀ ਨਿੰਦਿਆ ਚੁਗਲੀ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਜੇ ਲਾਲਚ ਤੋਂ ਬਚਾਉਣਾ ਹੈ, ਜੇਬਾਂ ਭਰੀਆਂ ਹੋਈਆਂ ਫਿਰ ਵੀ ਲਾਲਚ ਲਾਲਚ ਲਾਲਚ, ਜਿਹਦਾ ਮਹਾਰਾਜ ਨੇ ਉੱਪਰ ਪੰਕਤੀਆਂ ਵਿੱਚ ਕਿਹਾ ਭੁੱਖ ਮਿਟਦੀ ਨਹੀਂ ਹੈਗੀ। ਜੇ ਇਸ ਭਵ ਸਾਗਰ ਤੋਂ ਤਰਨਾ ਹੈ, ਗੁਰ ਪ੍ਰਸਾਦੀ ਤਰਹਿ ਕੇ, ਗੁਰੂ ਦੀ ਕਿਰਪਾ ਦੇ ਨਾਲ ਹੀ ਤਰਿਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਗਿਆਨ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਆ ਕੇ ਸ਼ੁਕਰਾਨੇ ਵਿੱਚ ਰਿਹਾ ਜਾ ਸਕਦਾ ਹੈ। ਸਾਧ ਸੰਗਤ ਜੀ, ਇਹ ਪਹਿਲੇ ਹੀ ਬੇਨਤੀ ਕੀਤੀ ਹੈ, ਜੇ ਤੇ ਸਾਡੇ ਵੱਸ ਦੇ ਵਿੱਚ ਕੁਝ ਹੋਵੇ ਤੇ ਫਿਰ ਤੇ ਬੰਦਾ ਜਿੰਨੇ ਮਰਜ਼ੀ ਬਟਨ ਦਬਾ ਕੇ ਕੰਟਰੋਲ ਕਰ ਲਵੇ ਆਪਣੇ ਫਿਊਚਰ ਨੂੰ, ਆਪਣੇ ਪਾਸਟ ਨੂੰ, ਆਪਣੇ ਪ੍ਰੈਜ਼ੈਂਟ ਨੂੰ। ਜਦੋਂ ਸਾਡੇ ਕੰਟਰੋਲ ਦੇ ਵਿੱਚ ਹੈ ਹੀ ਨਹੀਂ ਕੁਛ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਦੋਂ ਹੁਕਮ ਤੋਂ ਬਾਹਰ ਕੁਛ ਹੋ ਹੀ ਨਹੀਂ ਰਿਹਾ ਤੇ ਅਸੀਂ ਕਰੋਗੇ ਵੀ ਕੀ? ਇਹੀ ਗਿਆਨ, ਇਹੀ ਸਮਝ ਆਪਣੇ ਮਨ ਨੂੰ ਦੇਣ ਵਾਸਤੇ ਗੁਰਦੁਆਰੇ ਆਈਦਾ ਆ। ਗੁਰਦੁਆਰੇ ਆ ਕੇ ਸੋਝੀ ਲਈਦੀ ਹੈ, ਸੁਮਤ ਲਈਦੀ ਹੈ, ਸ਼ੁਭ ਬੁੱਧੀ ਲਈਦੀ ਹੈ। ਔਰ ਉਹ ਸ਼ੁਭ ਬੁੱਧੀ ਲੈ ਕੇ, ਸਮਝ ਲੈ ਕੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਮੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਕੱਲ੍ਹ ਸਾਧ ਸੰਗਤ ਜੀ, ਕਿੰਨੀਆਂ ਹੀ ਸੰਗਤਾਂ ਨੂੰ ਕੋਈ ਕਹਿੰਦਾ ਡਿਪਰੈਸ਼ਨ ਹੈ, ਕੋਈ ਕਹਿੰਦਾ ਐਨਜ਼ਾਈਟੀ ਹੈ, ਕੋਈ ਕਹਿੰਦਾ ਪਰੇਸ਼ਾਨੀ ਹੈ, ਦਿਮਾਗ ਬਹੁਤ ਸੋਚਦਾ ਹੈ, ਚੁੱਪ ਨਹੀਂ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਜਪਜੀ ਸਾਹਿਬ ਦੀ ਗੁਰਬਾਣੀ ਦੇ ਵਿੱਚ ਹੀ ਮਹਾਰਾਜ ਕਹਿ ਗਏ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖ ਵਾਰ। ਮਹਾਰਾਜ ਤੇ ਪਹਿਲੀ ਪੰਕਤੀ ਵਿੱਚ ਹੀ ਕਹਿ ਰਹੇ ਨੇ ਕਿ ਸੋਚਣਾ ਹੈ ਹੀ ਨਹੀਂ। ਸਿੱਖੋ, ਆਪਣਾ ਕੰਮ ਸੋਚਣਾ ਹੈ ਹੀ ਨਹੀਂ। ਸੋਚਣ ਦਾ ਕੰਮ ਗੁਰੂ ਮਹਾਰਾਜ ਦਾ। ਜੇ ਅਸੀਂ ਸੋਚਣਾ ਸ਼ੁਰੂ ਕਰ ਦੂੰਗੇ, then we might become the owner of the destiny। ਅਸੀਂ ਫਿਰ ਆਪਣੀ ਫਿਊਚਰ, ਆਪਣੀ ਡੈਸਟਨੀ ਆਪ ਲਿਖਣੀ ਸ਼ੁਰੂ ਕਰ ਦੂੰਗੇ। ਉਹ ਸਾਡੇ ਕੋਲ ਉਹ ਗਿਆਨ ਕਿੱਥੋਂ ਆਏਗਾ? ਉਹ ਗਿਆਨ ਕਿੱਥੋਂ ਆਏਗਾ ਜੋ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਸਾਧ ਸੰਗਤ ਜੀ, ਗੁਰੂ ਮਹਾਰਾਜ ਕਹਿ ਰਹੇ ਨੇ, ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ। ਜਿੰਨੀਆਂ ਮਰਜ਼ੀਆਂ ਚਤੁਰਾਈਆਂ ਕਰ ਲਈਏ, ਕੋਈ ਕਿਸੇ ਦੀ ਚਤੁਰਾਈ ਕਰਕੇ ਕਿਸੇ ਦਾ ਨੁਕਸਾਨ ਕਰਨਾ ਚਾਹੁੰਦਾ, ਕੋਈ ਚਤੁਰਾਈ ਕਰਕੇ ਚੰਗੇ ਨੰਬਰ ਲੈਣਾ ਚਾਹੁੰਦਾ, ਪੇਪਰ ਲੀਕ ਆਊਟ ਕਰ ਲੈਂਦੇ ਨੇ, ਕੋਈ ਚਤੁਰਾਈ ਕਰਕੇ ਨੁਕਸਾਨ ਕਰ ਦਿੰਦਾ, ਝੂਠੇ ਸਾਈਨ ਕਰਕੇ, ਕੋਈ ਹੋਰ ਕੋਈ ਹੋਰ। ਪਰ ਮਹਾਰਾਜ ਕਹਿੰਦੇ ਇੱਕ ਵੀ ਨਾਲ ਨਹੀਂ ਜਾਣੀ। ਜਿੰਨੀਆਂ ਮਰਜ਼ੀਆਂ ਧਨ ਦੌਲਤਾਂ ਇਕੱਠੀਆਂ ਕਰ ਲਈਆਂ ਚਤੁਰਾਈਆਂ ਕਰਕੇ, ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਔਰ ਕਈ ਲੋਕੀ ਜਿਹੜੇ ਡਾਊਟ ਕਰਦੇ ਸੀਗੇ, ਖਾਸ ਤੌਰ ਤੇ ਵੈਸਟਰਨ ਵਰਲਡ ਦੇ ਵਿੱਚ, ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਮਹਾਰਾਜ ਨੇ ਸਾਖਸ਼ਾਤਕਾਰ ਕੋਵਿਡ ਦੇ ਵਿੱਚ ਸ਼ੋਅ ਕਰਤਾ ਕਿ
महाराज की पावर की है तो साढ़े वर्गियां की पावर की है। 55 लाख बंदा मारता कोविड ने, ना किसी ने देखिया, ना किसी ने सुनिया, ना किसी ने महसूस किया। बस वो आया तो भूचाल वांगू लै गया। साडा वस चलिया, किसी का वस नहीं चलिया। इत्थों तक कि असी गुर मर्यादा के अनुसार अंतिम संस्कार की क्रियावां भी कई थावां ते नहीं कर सके। तो साध संगत जी, इक्को एक रस्ता हैगा आ इस भव सागर नूं पार लंघण दा, इस भव सागर दे किनारे जाउण दा। वो हैगा गुरबाणी दा बोहित, जो श्री गुरु अर्जन देव जी महाराज ने सानू सारियां नूं बख्शिश कीता। गुरु अमरदास जी महाराज तख्तां ते सजे हुए ने। गुरु अमरदास जी महाराज तख्तां ते सजे हुए ने ते बाल अवस्था दे विच गुरु अर्जन देव जी महाराज गुरु अमरदास जी महाराज वाल आ रहे ने, तखत ते चढ़न की कोशिश कर रहे ने। बाल अवस्था दे विच गुरु अमरदास जी महाराज जिस तरह छोटे बच्चे नूं प्यार देईदा है, गुरु अमरदास जी महाराज ने अपनी गोद विच विराजमान कराया और वर दिता उत्थे ही कि दोहे था बाणी का बोहे था। गुरु महाराज तखत ते चढ़ रहे सी, बैण की कोशिश कर रहे सी। गुरु अमरदास जी महाराज ने मोहरां लाइयां कि ये बननगे बाणी दे बोहित। बोहित का मीनिंग हुंदा साध संगत जी शिप, किश्ती। ये बननगे बाणी दी किश्ती जिहदे विच सारी संगतां सवारी करके ते इस भव सागर तो पार लंघणगियां। सो सागरं संसार से गुर प्रसादी तरह के। गुरु दी कृपा दे नाल ये बाणी दे बोहित विच सवारी करके इस भव सागर तो पार लंघिया जांदा है। बाणी तो इलावा होर कह भी की साडे कोल साध संगत जी, किस ही कोई कोय मंज निमाणी इक तू। महाराज कहते किसी कोल कोई होएगा, किसी कोल कोई होएगा, साडे कोल ते केवल श्री गुरु ग्रंथ साहिब जी महाराज की गुरबाणी है, और साडे कोल कुछ नहीं। करण कारण समर्थ है, कहो नानक बीचार। गुरु महाराज अगली पंक्ति विच कह रहे ने कि डूंगा विचार करके वचन करते हैं कि जो करण कारण समर्थ है वही है परिपूर्ण परमेश्वर। विचार करके महाराज दस रहे ने कि उस परिपूर्ण अकाल पुरख वाहिगुरु दे नाल जुड़ना करिए, जो सारे कायनात दा करता है, जो सर्व कला समर्थ है, जिदे वास्ते कोई भी गल आश्चर्य नहीं। साध संगत जी, गुरमत दी राह ते अध्यात्म दी राह ते जिहड़े अध्यात्म दे मार्ग दे पांधी ने, जो इस मार्ग ते चलना चाहुंदे ने, जो प्रभु परमेश्वर अकाल पुरख वाहिगुरु दी प्राप्ति करना चाहुंदे ने, गुरु नानक साहब महाराज दे चरनां दे विच इकमिक होना चाहुंदे ने, 24 घंटे वाहिगुरु 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 दा जाप करन दे विच अपने आप दी खुशी महसूस करते ने। उन्हां दियां अवस्थावां दी कोई गिणती कोई मिणती नहीं। साध संगत जी, अकाल पुरख वाहिगुरु समर्थ इहो जे ने जिउंदिਆਂ ਨੂੰ मार के जिवा लैंदे ने। सतगुर मेरा मार जी वाले, मोया होया नूं महाराज जिंदा कर देंदे ने। आखिरी अर्थ फड़ीए ते आखिरी अर्थ यही कहते ने कि जेड़ा इंसान मरिया होया उन्होंने गुरबाणी जीवित कर देंदी है। सतगुरु श्री गुरु ग्रंथ साहिब महाराज जीवित कर देंदे ने। डूंगे गहराई अर्थां विच जाइए ते सतगुरु जिन्हां दे ज़मीर मरे हुए ने, जिन्हां दी आत्मावां मरियां होईयां, जेड़े माया दे भार थले इन्ने दब चुके ने कि उन्होंने अपनी मनुखा देही दी भी कदर नहीं रह गई।
करप्शन दे नाल झूठ बोल बोल के उन्हां नूं कोई कदर नहीं रह गई। महाराज उन्हां मोयां नूं भी जीवित कर देंदे ने। जिन्हां दे मन, जिन्हां दे हिरदे काम, क्रोध, लोभ, मोह, अहंकार ने मार दिते ने, जिन्हां दा दिमाग बंद कर दिता है, महाराज उन्हां नूं भी जीवित कर देंदे ने। सो पूरी पूਰਨ परमेश्वर सर्व कला समर्थ है। ये बाबा दीप सिंह जी शहीद वर्गियां नूं बिना सीस तो लड़वा भी सकते ने और शांत हिरदे विच शांत स्वरूप च सजे हुए गुरु तेग बहादुर महाराज जी का सीस बलिदान करवा सकते ने। सर्व कला समर्थ ने। गुरु कोल किहड़ियां शक्तियां नहीं सीगियां या नहीं हैगियां। गुरबाणी दे विच शब्द आउंदा साध संगत जी, पिंगल पर्बत पार चढ़े खल चतुर बकीता। हुण पिंगले लोग जिहड़े होंदे ने, जिहड़े अपाहज होंदे ने, जिस तरह दास दी एक लाइक पैरालिस्ट हैगी है, गुरु महाराज चाहण ते पिंगलियां नूं भी पहाड़ां ते पहाड़ चढ़ा सकदे ने। सर्व कला समर्थ। ये है सर्व कला समर्थ परमेश्वर दियां बख्शिशां। साडी छोटी बुद्धि शायद ना समझ पाए, साडा घट ज्ञान शायद ना पकड़ पाए, पर गुरु सर्व कला समर्थ जिथों तक साडी सोच जा सकती है उस तो कई गुना अगे गुरु महाराज की सोच शुरू होंदी है। तो असी किस तरह पकड़ सकूंगे महाराज दे सर्व कला समर्थ होण दी गल नूं। सर्व कला समर्थ ने, तत्ती तवी ते सजे हुए ने। धन श्री गुरु अर्जन देव जी महाराज, किहड़ी शक्तियां नहीं सीगियां उन्हां दे कोल, पर तत्ती तवी ते सजे हुए ने और भाणा मन रहे ने और सारियां नूं शांत करवा रहे ने। बहुत प्रेम दे नाल सन्मानयोग कीर्तनी जथे ने शब्द पढ़िया, तेरा किया मीठा लागै। सबनों ज्ञान दे रहे ने, अज तक दे रहे ने शब्द। साढ़े सारी संगतां ने श्रवण किया, नाल नाल पढ़िया भी। उतों का ज्ञान हुण तक महाराज दे रहे ने, रहिंदी दुनिया तक देंदे रहणगे, लेकिन बैठे हुए ने तत्ती तवी ते सानू माड़ा जा रसोई च काम करते हुए छोटी जी उंगली लग जाए तवे नूं या गिलास गर्म फड़ लिया जाए पानी का, चाह का, दुध का, तो उही उही निकल जाती है। सर्व कला समर्थ साड़ी परे तो परे सोच की गल हैगी साध संगत जी। असी डाउट बहुत छेती शुरू कर लेंदे हां, ये किस तरह हो सकता है, वो किस तरह हो सकता है, ये तो कभी हो ही नहीं सकता। साइंस तो ये गल मनदी नहीं हैगी है। साइंस अपनी थां है, गुरु का ज्ञान अपनी थां है। सर्व कला समर्थ गुरु महाराज करण कारण समर्थ। जो कुछ असी देख रहे हैं, जो कुछ असी नहीं देख सकते, वो सब करन दे समर्थ परमेश्वर काल पुरख वाहिगुरु। ये गुरु नानक साहब महाराज बेनती कर रहे ने, कहो नानक विचार। ये डूंगी विचार विच जाके बचन कर रहे ने। बब्बे नूं बिहारी लगी हुई है, विचार डूंगी विचार दे विच महाराज जाके बचन कर रहे ने। कारण करते वस है जिन कल रखी धार। महाराज अगे वचन कर रहे ने, ज्ञान की गल समझा रहे ने। ये डूंगे वचन ने साध संगत जी गुरु महाराज दे समझण दी और अपने जीवन च उचारण दी उतारन दी कोशिश की जावे। कारण करते वस है, जो भी हो रहा है सब करते दे वस हैगा। हुण इस गल नूं पकड़ के कोई ये ना कहे कि असी की करना, फिर काम करके असी की करना, पढ़ाई करके असी की करना, दुकानां ते जाके, ये ना कोई सोचे। गुरु महाराज ने ये शरीर दिता है गृहस्थी जीवन निभाउण वास्ते।
ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਗੁਰਦੁਆਰਾ ਸਾਹਿਬ ਦੇ ਦਿਉੜੀ ਤੋਂ ਅੱਗੇ ਪੌੜੀਆਂ ਹੈਗੀਆਂ, ਇਸੀ ਅਸਥਾਨ ਦੀ ਗੱਲ ਕਰਦੇ ਹਾਂ। ਤੇ ਪੌੜੀਆਂ ਤੋਂ ਅੱਗੇ ਵੱਡਾ ਮੇਨ ਗੇਟ ਹੈਗਾ, ਤੇ ਮੇਨ ਗੇਟ ਤੋਂ ਬਾਅਦ ਸੜਕ ਦੇ ਦੋਨੋਂ ਪਾਸੇ ਗੇਟ ਹੈਗੇ ਆ ਸਾਧ ਸੰਗਤ ਜੀ। ਔਰ ਆਮ ਤੌਰ ਤੇ ਹਿਦਾਇਤ ਸੇਵਾਦਾਰਾਂ ਨੂੰ ਜਿਹੜੇ ਬਾਹਰ ਖੜੇ ਹੋਏ ਨੇ, ਜਿਹੜੀ ਮਹਾਰਾਜ ਦੀ ਵਜ਼ੀਰੀ ਕਰਦੇ ਨੇ, ਇਹੀ ਹੁੰਦੀ ਹੈ ਕਿ ਇੱਥੇ ਕੋਈ ਜਾਨਵਰ ਵੀ ਅੰਦਰ ਨਾ ਜਾਵੇ, ਕੋਈ ਕੁੱਤਾ ਬਿੱਲੀ ਕੋਈ ਨੁਕਸਾਨ ਕਰਨ ਵਾਸਤੇ ਅੰਦਰ ਨਾ ਜਾਵੇ। ਉਹਨਾਂ ਜੂਨਾਂ ਨੂੰ ਮੇਨ ਗੇਟ ਤੋਂ ਸੜਕ ਤੋਂ ਵੀ ਅੰਦਰ ਆਉਣ ਦੀ ਅਨੁਮਤੀ ਨਹੀਂ ਹੈ। ਕੇਵਲ ਤੇ ਕੇਵਲ ਮਨੁੱਖਾ ਦੇਹੀ ਹੈ ਜੋ ਕਿ ਇੰਨੀ ਜ਼ਿਆਦਾ ਖੁਸ਼ਕਿਸਮਤ, ਇੰਨੀ ਜ਼ਿਆਦਾ ਲੱਕੀ ਹੈ, ਜਿਹਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਲਿਆ ਕੇ ਆਪਣੀ ਗੋਦ ਵਿੱਚ ਬਿਠਾਲ ਰਹੇ ਨੇ। ਔਰ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਦੇਹੀ ਹੀ ਕੱਲਾ ਇੱਕ ਕਾਰਨ ਹੈ, ਕੱਲਾ ਇੱਕ ਤਰੀਕਾ ਹੈ ਜਿਹਦੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਵਾਹਿਗੁਰੂ 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 ਵਾਹਿਗੁਰੂ। ਹਾਂ, ਗੁਰੂ ਮਹਾਰਾਜ ਮਿਹਰ ਕਰਨ, ਤਰਸ ਕਰਨ, ਤਰੁੱਠਣ, ਦਇਆ ਕਰਨ, ਨਿਮਰਤਾ ਦੇ ਘਰ ਦੇ ਵਿੱਚ ਆਉਣ ਤੇ ਜਿਹਨੂੰ ਮਰਜ਼ੀ ਬਖਸ਼ ਦੇਣ। ਫਿਰ ਉੱਤੇ ਕੋਈ ਕੁੱਤਾ ਬਿੱਲੀ ਗਾਂ ਮੱਝ ਬਾਂਦਰ ਖੋਤਾ ਕੁਛ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਿਕਾਰ ਘਾਟ ਦੇ ਸਥਾਨ ਤੇ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਸ਼ਿਕਾਰ ਕੀਤਾ ਖਰਗੋਸ਼ ਦਾ ਔਰ ਉਧਾਰ ਕੀਤਾ। ਮਹਾਰਾਜ ਦੀ ਬਖਸ਼ਿਸ਼, ਮਹਾਰਾਜ ਚਾਹੁਣ ਤੇ ਕਿਸੇ ਦਾ ਵੀ ਉਧਾਰ ਕਰਦੇ, ਪਰ ਕਾਰਨ ਕਰਤੇ ਵਸ ਹੈ। ਜੋ ਕੁਛ ਵੀ ਦੇਖ ਰਹੇ ਹਾਂ, ਜੋ ਕੁਛ ਵੀ ਕਾਰਨ ਵਰਤ ਰਹੇ ਨੇ, ਜਿੰਨੇ ਵੀ ਕਾਰਜ ਹੋ ਰਹੇ ਨੇ, ਹੋਣ ਵਾਲੇ ਨੇ, ਅੱਗੇ ਹੋਣਗੇ, ਇਹ ਸਭ ਦੇ ਸਭ ਕਰਤੇ ਨੇ ਆਪਣੇ ਵਸ ਵਿੱਚ ਰੱਖੇ ਹੋਏ ਨੇ। ਜਿਨ ਕਲ ਰੱਖੀ ਧਾਰ, ਆਪਣੇ ਕੋਲ, ਆਪਣੇ ਵਸ ਦੇ ਵਿੱਚ, ਆਪਣੀ ਮੁੱਠੀ ਦੇ ਵਿੱਚ ਰੱਖਿਆ ਹੋਇਆ। ਦੇਂਦਾ ਦੇ, ਲੈਂਦੇ ਥੱਕ ਪਾਏ, ਆਪਣੀ ਮੁੱਠੀ ਵਿੱਚ ਰੱਖਿਆ ਹੈ, ਆਪਣੇ ਕੋਲ ਰੱਖਿਆ ਹੈ, ਦੇ ਰਿਹਾ ਹੈ, ਦਾਤਾਂ ਦੇਈ ਜਾਂਦਾ ਹੈ। ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਦੇਈ ਜਾਂਦਾ ਹੈ। ਜਿਹਦੇ ਕੋਲੋਂ ਜਿਹੜੀ ਚੀਜ਼ ਸਾਂਭੀ ਜਾ ਸਕਦੀ ਹੈ ਉਹਨੂੰ ਉਹ ਚੀਜ਼ ਦੇਈ ਜਾਂਦਾ, ਉਹ ਵਸਤੂ ਦੇਈ ਜਾਂਦਾ। ਜੇ ਅਸੀਂ ਹਜੇ ਉਸ ਵਸਤੂ ਦੇ ਕਾਬਿਲ ਨਹੀਂ ਬਣੇ ਤੇ ਉਹ ਵਸਤੂ ਨਹੀਂ ਦਿੰਦੇ। ਗੁਰੂ ਸਾਹਿਬ ਦੀ, ਪਰਮੇਸ਼ਵਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਕਿ ਸਾਡੀ ਅਰਦਾਸ ਬੇਨਤੀ ਨਾ ਸੁਣਨ। ਉਹ ਨਿਰਵੈਰ ਨੇ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਸੰਗ। ਉਹ ਤੇ ਸਾਡੇ ਇੱਕੋ ਇੱਕ ਮਿੱਤਰ ਜੋ ਨੇ ਉਹੀ ਨੇ, ਇੱਕੋ ਹੀ ਮਿੱਤਰ ਹੈ, ਇੱਕੋ ਹੀ ਸੰਗੀ ਸਾਥੀ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੇ ਨਾਲ, ਉਹਨਾਂ ਦਾ ਸਾਡੇ ਨਾਲ ਕੋਈ ਵੈਰ ਨਹੀਂ। ਦੇਂਦਾ ਦੇ ਰਹੇ ਨੇ। ਲੈਣ ਵਾਲੇ ਥੱਕ ਜਾਓਗੇ ਜਾਂ ਲੈਣ ਵਾਲੇ ਮੁਕਰ ਜਾਓਗੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਮਿਲ ਗਈ, ਅਰਦਾਸ ਹੋ ਗਈ। ਜਦੋਂ ਅਰਦਾਸ ਹੋਏਗੀ ਸਤਿਗੁਰੂ ਦੇ ਚਰਨਾਂ ਦੇ ਵਿੱਚ, ਉਹ ਬਿਰਥੀ ਤੇ ਜਾਏਗੀ ਨਹੀਂ। ਗੁਰਬਾਣੀ ਕਹਿ ਰਹੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਜਾਣੀ ਨਹੀਂ, ਅਜਾਇਆ ਜਾਣੀ ਨਹੀਂ। ਇੱਥੇ ਅਰਦਾਸ ਕੀਤੀ ਨਹੀਂ, ਉੱਥੇ ਗੁਰੂ ਸਾਹਿਬ ਨੇ ਕੰਮ ਕੀਤਾ ਨਹੀਂ। ਬਹੁਤ ਵਾਰੀ ਤੇ ਅਰਦਾਸ ਕਰੇ ਤੋਂ ਬਿਨਾ ਵੀ, ਬਿਨ ਬੋਲਿਆ ਸਭ ਕਿਛ ਜਾਣਦਾ, ਕਿਛ ਆਗੈ ਕੀਚੈ ਅਰਦਾਸ। ਬਹੁਤ ਵਾਰੀ ਤੇ ਬਿਨਾ ਬੋਲਿਆ ਹੀ ਮਹਾਰਾਜ ਸੁਣ ਕੇ ਤੇ ਦਾਤਾਂ ਬਖਸ਼ ਦਿੰਦੇ ਨੇ। ਪਰ ਅਸੀਂ ਮੁੜ ਕੇ ਆਪਣੀ ਸੋਚ ਦੇ ਵਿੱਚ ਆ ਕੇ ਮੁੜ ਕੇ ਮਹਾਰਾਜ ਤੋਂ ਬੇਮੁਖ ਹੋ ਜਾਂਦੇ ਆ। ਦਾਤ ਨਾਲ ਤੇ ਪਿਆਰ ਕਰ ਲੈਂਦੇ ਆ ਤੇ ਦਾਤਾਰ ਨੂੰ ਵਿਸਰ ਜਾਂਦੇ ਆ। ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਪ੍ਰਮਾਣ ਆਉਂਦਾ ਆ, ਇੱਕ ਬਜ਼ੁਰਗ ਮਾਈ ਝਾੜੂ ਮਾਰਿਆ ਕਰਦੀ ਸੀਗੀ, ਜੰਗਲਾਂ ਦੇ ਵਿੱਚ ਸਫਾਈ ਕਰਦੀ ਹੁੰਦੀ ਸੀਗੀ, ਸੁੱਕੇ ਹੋਏ ਪੱਤੇ ਇਕੱਠੇ ਕਰਕੇ ਤੇ ਬਾਲਣ ਦੇ ਕੰਮ ਆਉਂਦੇ ਸੀਗੇ। ਇੱਕ ਦਿਨ ਪੱਤੇ ਚੁੱਕਦੇ ਚੁੱਕਦੇ, ਝਾੜੂ ਲਾਉਂਦੇ ਲਾਉਂਦੇ ਉਹਨੂੰ ਇੱਕ ਲਾਲ ਮਿਲਿਆ, ਬਹੁਤ ਕੀਮਤੀ ਹੀਰਾ, ਜਿਹਦਾ ਆਪਾਂ ਕੋਹੀਨੂਰ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਰੂਬੀ ਕਹਿ ਦਿੰਦੇ ਹਾਂ। ਉਹ ਹੀਰਾ ਮਿਲਿਆ, ਪਰ ਬਜ਼ੁਰਗ ਮਾਤਾ ਨੂੰ ਸਮਝ ਨਹੀਂ ਸੀ ਕਿ ਮੈਂ ਇਹਦਾ ਕੀ ਕਰਾਂ। ਸੁਨਿਆਰ ਕੋਲ ਗਈ। ਸੁਨਿਆਰ ਕਹਿੰਦਾ ਇਹ ਤੇ ਬਹੁਤ ਕੀਮਤੀ ਹੀਰਾ ਹੈ, ਤੈਨੂੰ ਕਿੱਥੋਂ ਲੱਭ ਪਿਆ?
ਕਹਿੰਦੇ ਮੈਨੂੰ ਉਸ ਥਾਂ ਤੋਂ ਲੱਭਿਆ। ਕਹਿੰਦੇ ਇੰਨੇ ਤੇ ਇੰਨੇ ਬਹੁਤ ਮਾਇਆ ਮਿਲ ਜਾਣੀ ਤੈਨੂੰ। ਕਹਿੰਦੇ ਦਿਓ ਫਿਰ। ਉਹ ਮਾਈ ਨੇ ਮਾਇਆ ਲਈ ਆਪਣੇ ਘਰ ਨੂੰ ਗਈ। ਜੋ ਵੀ ਐਸ਼ੋ ਆਰਾਮ ਦੇ ਪਦਾਰਥ ਜੋ ਲੈਣੇ ਸੀ ਉਹ ਗਰੀਬ ਮਾਈ ਨੇ ਲਏ, ਪੈਸੇ ਦੀ ਵਰਤੋਂ ਕੀਤੀ ਤੇ ਮੁੜ ਕੇ ਫੇਰ ਉਸੀ ਥਾਂ ਤੇ ਪੱਤੇ ਚੁੱਕਣੇ ਸ਼ੁਰੂ ਕਰਤੇ, ਝਾੜੂ ਲਾਣੇ ਸ਼ੁਰੂ ਕਰਤੇ ਜੋ ਉਹਦਾ ਕੰਮ ਸੀਗਾ। ਕੁਛ ਦਿਨਾਂ ਬਾਅਦ ਉਹਨੂੰ ਸਵਾਲ ਕੀਤਾ ਕਿ ਮਾਈ ਹੁਣ ਤੇ ਤੇਰੇ ਕੋਲ ਇੰਨੀ ਮਾਇਆ ਆ ਗਈ, ਇੰਨਾ ਪੈਸਾ ਆ ਗਿਆ, ਹੁਣ ਤੈਨੂੰ ਕੀ ਲੋੜ ਪੈ ਗਈ ਕਿ ਤੂੰ ਝਾੜੂ ਲਾਉਂਦੀ ਫਿਰਦੀ ਹੈ? ਤੇ ਮਾਈ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿੰਦੀ ਜਿਸ ਕਾਰਨ ਕਰਕੇ ਮੈਨੂੰ ਮਾਇਆ ਮਿਲੀ, ਜਿਸ ਕਾਰਨ ਕਰਕੇ ਮੈਨੂੰ ਉਹ ਹੀਰਾ ਮਿਲਿਆ, ਉਹ ਕਾਰਨ ਮੈਂ ਕਿਸ ਤਰ੍ਹਾਂ ਭੁੱਲ ਜਾਵਾਂ? ਜਿਸ ਝਾੜੂ ਕਰਕੇ, ਜਿੰਨਾ ਸੁੱਕਿਆ ਹੋਇਆ ਪੱਤਿਆਂ ਕਰਕੇ ਮੈਨੂੰ ਮਿਲਿਆ ਉਹ ਦਾਤ, ਮੈਂ ਉਸ ਦਾਤਾਰ ਨੂੰ, ਉਸ ਥਾਂ ਨੂੰ ਕਿਸ ਤਰ੍ਹਾਂ ਭੁੱਲ ਜਾਵਾਂ ਜਿਹਨੇ ਮੈਨੂੰ ਅੱਜ ਇਸ ਜੋਗੇ ਬਣਾਤਾ। ਸਾਧ ਸੰਗਤ ਜੀ, ਗੱਡੀਆਂ ਲੈ ਲਈਆਂ, ਬੰਗਲੇ ਲੈ ਲਏ, ਪੜ੍ਹਾਈਆਂ ਲੈ ਲਈਆਂ, ਬਾਹਰ ਚਲੇ ਗਏ, PR ਹੋ ਗਏ, ਸਿਟੀਜ਼ਨ ਹੋ ਗਏ, ਪਰ ਸ਼ੁਕਰਾਨੇ ਵਜੋਂ ਮਹਾਰਾਜ ਨੂੰ ਸ਼ੁਕਰਾਨਾ ਕੀਤਾ ਨਹੀਂ ਕੀਤਾ, ਇਹ ਅਸੀਂ ਆਪਣੇ ਅੰਦਰ ਝਾਂਕਣਾ ਆ। ਅਸੀਂ ਆਪਣੇ ਅੰਦਰਲੀ ਮੈਲ ਨੂੰ ਪਛਾਣਨਾ ਆ। ਬਾਹਰਲੀ ਮੈਲ ਤੇ ਰੋਜ਼ ਫਰੋਲੀ ਜਾਂਦੇ ਆ, ਫਲਾਣੇ ਨੇ ਇਹ ਕਰ ਲਿਆ, ਫਲਾਣੇ ਨੇ ਉਹ ਕਰ ਲਿਆ, ਨਿੰਦਿਆ ਚੁਗਲੀ ਮਿੰਟ ਸਕਿੰਟ ਦੇ ਵਿੱਚ, ਬਿਨਾਂ ਰੀਅਲਾਈਜ਼ ਕੀਤੇ, ਬਿਨਾਂ ਪਛਾਣੇ ਕਿ ਅਸੀਂ ਕਿਸੇ ਦੀ ਪਿੱਠ ਪਿੱਛੇ ਉਹ ਬੋਲ ਰਹੇ ਹਾਂ ਜੋ ਨਿੰਦਿਆ ਬਣ ਕੇ ਸਾਡੇ ਸਿਰ ਤੇ ਹੀ ਭਾਰ ਚੜਨਾ ਹੈ, ਸਿਰਫ ਜੀਭ ਦਾ ਸਵਾਦ ਲੈਣ ਵਾਸਤੇ, ਲੋਕਾਂ ਦੇ ਸਾਹਮਣੇ ਬੱਲੇ ਬੱਲੇ ਕਰਾਉਣ ਵਾਸਤੇ। ਸੋ ਨਾ ਸ਼ੁਕਰੇ ਬਣਨਾ ਸਭ ਤੋਂ ਵੱਡਾ ਬੇਮੁਖ ਹੋਣਾ ਹੈ। ਸਾਧ ਸੰਗਤ ਜੀ, ਗੁਰੂ ਨਹੀਂ ਭੁੱਖਾ ਮਾਇਆ ਦਾ, ਗੁਰੂ ਨਹੀਂ ਭੁੱਖਾ ਲੰਗਰਾਂ ਦਾ। ਜੇ ਮਾਇਆ ਦਾ ਭੁੱਖਾ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਿਕ ਭਾਗੋ ਦੇ ਘਰ ਜਾਂਦੇ, ਭਾਈ ਲਾਲੋ ਦੇ ਕੋਲ ਨਾ ਆ ਕੇ ਪ੍ਰਸ਼ਾਦਾ ਛਕਦੇ। ਸੋ ਆਪਣੇ ਮਨ ਤੋਂ ਇਹ ਗੱਲਾਂ ਕੱਢਦੇ ਹੀ ਹੈ। ਪਰ ਇੱਕ ਵਾਅਦਾ ਗੁਰੂ ਸਾਹਿਬ ਨਾਲ ਕਰੀਏ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਮਨਾ ਰਹੇ ਆ, ਦਿਹਾੜੇ ਆ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਕਰੋ, ਵਸੋ ਮਨ ਆਏ, ਸਾਡੇ ਮਨ 'ਚ ਵਸੋ ਮਹਾਰਾਜ। ਕੁਛ ਵੀ ਵਿਸਰ ਜਾਵੇ ਲੇਕਿਨ ਤੇਰੇ ਗੁਰਦੁਆਰੇ ਆਉਣ ਦੀ ਰੂਟੀਨ ਨਾ ਸਾਡੇ ਤੋਂ ਛੱਡੀ ਜਾਵੇ। ਭਾਵੇਂ ਜਿੰਨੇ ਮਰਜ਼ੀ ਬਿਮਾਰ ਹੋਈਏ, ਭਾਵੇਂ ਜਿੰਨਾ ਮਰਜ਼ੀ ਦੁੱਖ ਤਕਲੀਫ ਹੋਵੇ, ਭਾਵੇਂ ਜਿੰਨੇ ਮਰਜ਼ੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ, ਪਰ ਗੁਰੂ ਘਰ ਆ ਕੇ ਦਰਸ਼ਨ ਫੇਰ ਵੀ ਕਰੀਏ। ਮਹਾਰਾਜ ਆਪਣੇ ਦਰਸ਼ਨ ਜ਼ਰੂਰ ਬਖਸ਼ਿਓ, ਇਹ ਮੰਗੀਏ ਮਹਾਰਾਜ ਕੋਲ। ਇਹ ਦਾਤ ਐਵੇਂ ਨਹੀਂ ਮਿਲਦੀ ਸਾਧ ਸੰਗਤ ਜੀ। ਇਹ ਨਾ ਸੋਚੀਏ ਕਿ ਅਸੀਂ ਆਪਣੀ ਮਰਜ਼ੀ ਨਾਲ ਗੱਡੀ ਦੀ ਚਾਬੀ ਚੱਕੀ ਤੇ ਗੱਡੀ 'ਚ ਬਹਿ ਕੇ, ਮੈਟਰੋ ਤੇ ਬਹਿ ਕੇ ਤੇ ਗੁਰਦੁਆਰਾ ਸਾਹਿਬ ਆ ਗਏ ਨਾ। ਗੁਰੂ ਸਾਹਿਬ ਦਇਆ ਕਰਕੇ, ਮਿਹਰ ਕਰਕੇ, ਤਰੁੱਠ ਕੇ ਲੈ ਕੇ ਆ ਰਹੇ ਨੇ, ਤਾਂ ਅਸੀਂ ਦਰਸ਼ਨ ਕਰ ਸਕਦੇ ਹਾਂ। ਅਸੀਂ ਗੁਰੂ ਸਾਹਿਬ ਨੂੰ ਗਰੈਂਟਿਡ ਨਹੀਂ ਲੈ ਕੇ ਚੱਲ ਸਕਦੇ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਸਭ ਕੁਝ ਕਰਤੇ ਨੇ ਆਪਣੇ ਹੱਥ ਵਿੱਚ ਰੱਖਿਆ। ਪੌੜੀ ਖਸਮੈ ਕੈ ਦਰਬਾਰ, ਢਾਡੀ ਵਸਿਆ। ਅਸੀਂ ਆਮ ਤੌਰ ਤੇ ਢਾਡੀ ਕਵੀਸ਼ਰ ਸੁਣਦੇ ਹਾਂ ਸਾਧ ਸੰਗਤ ਜੀ। ਇੱਥੇ ਮਹਾਰਾਜ ਢਾਡੀ ਦਾ ਸੰਕੇਤ ਦੇ ਕੇ ਕਹਿ ਰਹੇ ਨੇ ਕਿ ਜਿਹੜੀ ਗੁਰੂ ਦੇ ਪਿਆਰੇ ਢਾਡੀ ਬਣ ਕੇ ਪਰਮੇਸ਼ਵਰ ਦੇ ਦਰ ਦੇ ਵਿੱਚ ਪੁਕਾਰਾਂ ਕਰਦੇ ਨੇ, ਪਰਮੇਸ਼ਵਰ ਦੇ ਦਰ ਦੇ ਵਿੱਚ ਆ ਕੇ ਮੱਥੇ ਰਗੜਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ, ਉਹਦਾ ਹੁਕਮ ਮੰਨਦੇ ਨੇ। ਆਪਣਾ ਤਨ ਵੀ ਦੇਤਾ, ਮਨ ਵੀ ਦੇਤਾ, ਧਨ ਵੀ ਦੇਤਾ, ਔਰ ਉਸ ਤੋਂ ਬਾਅਦ ਹੁਕਮ ਵੀ ਮੰਨਣਾ। ਹੁਕਮ ਮੰਨ ਕੇ ਸਭ ਕੁਝ ਦੇ ਵੀ ਦਿੱਤਾ, ਜਿਸ ਤਰ੍ਹਾਂ ਭਾਈ ਮੰਝ ਨੇ ਕੀਤਾ। ਤੁਹਾਨੂੰ ਸਾਰਿਆਂ ਨੂੰ ਸਾਖੀ ਦਾ ਪਤਾ ਹੈ ਸਾਧ ਸੰਗਤ ਜੀ। ਸਭ ਕੁਝ ਕੁਰਬਾਨ ਕੀਤਾ ਭਾਈ ਮੰਝ ਜੀ ਨੇ, ਔਰ ਫਿਰ ਮਹਾਰਾਜ ਨੇ ਵੀ ਬਖਸ਼ਿਸ਼ਾਂ ਕੀਤੀਆਂ। ਭਾਈ ਮੰਝ ਨੂੰ ਬੋਹਿਥਾ ਬਣਾਤਾ। ਮੰਝ ਪਿਆਰਾ ਗੁਰ ਕੋ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ। ਭਾਈ ਮੰਝ ਜੀ ਨੂੰ ਮਹਾਰਾਜ ਨੇ ਬੋਹਿਤ ਬਣਾਤਾ, ਕਿਸ਼ਤੀ ਬਣਾਤਾ, ਜਗ ਲੰਘਣਹਾਰਾ। ਭਾਈ ਮੰਝ ਜੀ ਨੇ ਵਰ ਮੰਗਿਆ ਸੀ, ਮਹਾਰਾਜ
जिन्नी परीक्षा अपने इस सिख कोलों लई है, इन्नी परीक्षा अपनी सिखां कोलों ना लियो। कलयुग का समा हैगा, नहीं तो पता नहीं साध संगत जी अज सानू किहड़ी किहड़ी परीक्षावां देणियां पैंदियां। भाई मंझ ने परोपकार करके साडी परीक्षावां कट दित्तियां, ऐशो आराम दे दित्ते सानू। सच्चा खसम, सच्चा खसम कलाण कमल विगसिया। ਜਦੋਂ ਅਸੀਂ ਸੱਚੇ ਦੇ ਨਾਲ ਜੁੜਦੇ ਹਾਂ, ਵਾਹਿਗੁਰੂ 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 ਬੋਲਦੇ ਹਾਂ, ਤੇ ਅੰਦਰ ਇੱਕ ਖਿੜਾਓ ਆਉਂਦਾ ਆ। ਗੁਰੂ ਮਹਾਰਾਜ ਕਹਿੰਦੇ ਆ ਕਮਲ ਵਿਗਸਿਆ, ਅੰਦਰੋਂ ਇੱਕ ਖੁਸ਼ੀ ਆਉਂਦੀ ਹੈ। ਕਈ ਗੁਰਮੁਖ ਰੂਹਾਂ ਦੇ ਕੋਲ ਬਹਿ ਕੇ ਉੱਠਣ ਦਾ ਜੀ ਨਹੀਂ ਕਰਦਾ, ਕਈਆਂ ਦੇ ਕੋਲ ਬਹਿ ਕੇ ਇੱਦਾਂ ਲੱਗਦਾ ਇਹਨਾਂ ਦੇ ਨਾਲ ਹੀ ਬੈਠੇ ਰਹੀਏ, ਇਹਨਾਂ ਦੀ ਗੱਲਾਂ ਸੁਣਦੇ ਰਹੀਏ, ਨਾਮ ਜਪਦੇ ਰਹੀਏ, ਬਾਣੀ ਪੜ੍ਹਦੇ ਰਹੀਏ। ਉਹਨਾਂ ਦੇ ਆਲੇ ਦੁਆਲੇ ਦਾ ਪੋਜ਼ਿਟਿਵ ਔਰਾ ਹੀ ਇੰਨਾ ਜ਼ਿਆਦਾ ਹੁੰਦਾ ਆ। ਉਹ ਕਮਲ ਵਿਗਸਿਆ, ਅੰਦਰ ਦੀ ਖੁਸ਼ਬੂ ਹੈ ਉਹਨਾਂ ਦੀ, जो कि बाणी पढ़ के सेवा करके सिमरन करके संगत करके बख्शिश होंदी है। कईयां दी बोली इन्नी मिठी है। महाराज ने ते बचन कीते सारियां वास्ते, मिठ बोलड़ा जी हर सज्जन स्वामी मोरा, हाओ सम्मल थकी जी ओहो कदे ना बोलै कौड़ा। महाराज कहंदे उत्ते कदी बोलदा ही नहीं कौड़ा। असी मत्था टेक रहे हां मिठे गुरु ग्रंथ साहिब जी महाराज जी नूं, पर फिर भी असी मिठे नहीं हो रहे, फिर भी साडे मनां दे विच कड़वाहट है, फिर भी साडे मनां दे विच दिखावा है। साडे मन दा कमल कदों विगसेगा, कदों खिलेगा? महाराज दया करो, दया करो, गरीब निवाज, गरीबां नूं बख्शो। 24 घंटे अरदासां बेनतियां करिए, महाराज आप जी गरीबां नूं परसदे हो, आप जी कृपा करो, सानू अपना सिख बना लवो। आप जी का सिख तो कभी किसी ने गुस्सा करता ही नहीं। कभी सोचिया गुरु नानक साहब महाराज ने किसी ने कभी गुस्सा किया होना, या कभी किसी ने गाल कड्डी होनी है? प्यार दे घर दे विच आ के नहीं मन मनदा कि महाराज ने कभी किसी ने कोई भी अपशब्द अपनी जिंदगी दे विच बोलिया होवे। जी 20 रुपए का सच्चा सौदा करके आ रहे आ ते पिता जी ने महाराज नूं चपेड़ तक मारी, महाराज ने कुछ नहीं किया। ये सिखी प्रेम का प्रतीक। जे सिख भी निमरता ना धार सके तो फिर दुनिया में कोई भी निमरता नहीं धार सकेगा। साध संगत जी खसम हो पूरा पाए मन हो रहस्या, खसम हो पूरा पाए। महाराज कह रहे ने नाम जप जप के सेवा कर करके ये ढाडी जिहड़ा आ अपने खसम दे दरबार दे विच ढाड वजा वजा के सेवा कर करके उस पूरे खसम नूं पा रहा है, उस पूरे खसम नूं पा रहा है। नाले जिहड़ा रहस्यमई जिहड़ा कि नाम ज्ञान जिहड़ा छुपिया होया ज्ञान अज तक पढ़दे थल्ले सीगा, महाराज कृपा कर रहे ने वो भी मन दे विचों बाहर कढ़ रहे ने। जे को खावै जे को भुंचै ज्ञान। साध संगत जी पहले भी बेनती की आप जी नूं, गुरु महाराज जिदा दुनियावी तौर ते किसी दी कैपेबिलिटी नूं चैक करके किसी दी जिहड़ी उहदी योग्यता है वो चैक करके उन्होंने प्रमोशन दिता जाता है, उन्होंने कोई पोस्ट दी जाती है। इसी तरह महाराज भी अपने घर दे विच वस्तु देण तो पहले, अध्यात्मक कृपा देण तो पहले, भावें वो कृपा कोई भी है किसी भी प्रकार की है, वो पहले चैक करते हैं कि भी इहदी योग्यता हो गई कि नहीं हुई। दुश्मन कड्डे मार सज्जन रसिया। गुरु महाराज कह रहे ने सारे दुश्मन मार कड्डे। केड़े दुश्मन? साध संगत जी काम, क्रोध, लोभ, मोह, अहंकार, निंदिया, चुगली, ईर्खा, द्वैत, फरेब, छल कपट, झूठ बोलना, बनावटी बनना, ये सारे दे सारे दुश्मन। ये दुश्मन क्यों ने? क्योंकि साडी लत्तां बार बार खिंचते ने। गुरसिख जांदा गुरुद्वारे, गुरसिख जांदा गुरु दे घर, उत्थों गुरबाणी दा जाप सुनदा है, वाहिगुरु दा जाप सुनदा है, कथा सुनदा है, कीर्तन सुनदा है, मन पवित्र होना शुरू हुंदा है, अगे वधदा गुरु वल नूं, लेकिन फिर काम लत खिंच लैंदा है, फिर पिछे डिग जांदे हैं,
फिर क्रोध लत खिच लैंदा निक्की निक्की गल्लां ते, छोटी छोटी गल्लां ते। कोई सियाणा बंदा सुनेगा, चंगे प्रिंसीपल स्कूल का कोई सुनेगा, वो हसेगा, अरे कित्थे डिग गया गुरसिख अज दा। रैड लाइट ते खड़े हुए हैं, 2 मिनट वास्ते रिक्शे वाला 10 सेकंड ला के अगे जा रहे हो। गरीब बंदा, असी एसी गड्डी विच बैठे हैं, साडे कोल फिर भी बर्दाश्त शक्ति नहीं हैगी, फिर भी 2 गालां मूँह चों निकल जांदियां, छेती पासे कर। सिखां विच ते निमरता कुट कुट के भरना चाहुंदे ने गुरु नानक साहब महाराज। ये निमरता का ही कारण है ना कि अज वर्ल्ड दे विच सिख नूं गिविंग कम्यूनिटी, देण वाली कम्यूनिटी का खिताब मिल चुका है। साध संगत जी 370 कम्यूनिटियां दे विच जिहड़ी नामी गिरामी कम्यूनिटियां ने UN ने खिताब दे दिता। ये सिर्फ ते सिर्फ जिहड़ा कोविड दे विच महाराज ने सेवा लई। महाराज कहते आ जाओ सिखो, हुण अपने गुरु घरां दे विच ते बहुत सेवावां कर लियां, बहुत लंगर वरताले, आओ हुण दुनिया नूं दसीए कि सिख कौम किनूं कहंदे आ। और हिंदुस्तान की दुनिया के हरेक कोने दे विच गुरु महाराज ने पग दा मान इन्ना उच्चा करता। छोटी गल नहीं है साध संगत जी। जदों आपां बाहर निकलते हैं ना, इंग्लैंड विच जदों असीं सीगे, इत्थे सानूं नहीं ज़्यादा पता कि की माहौल सीगा। उत्थे 4.5 महीने वास्ते गुरुद्वारा साहब दे बूहे बंद सीगे। महाराज असीं तरस गए सीगे कि दर्शन दिओ, किवाड़ खोलो। घरां विच किन्नी देर बंदा रहे। ये गुरु महाराज की बख्शिश। ये महाराज सच्चा सच्चा सतगुर सेवन, सच्चा मार्ग दसिया। सच्चे गुरु की सेवा करते करते महाराज ने सच्चा मार्ग दसिया। बहुत मार्ग हैगे साध संगत जी परमेश्वर की प्राप्ति वास्ते, पर गुरु महाराज इत्थे सच्चे मार्ग की गल कर रहे ने। सच्चा मार्ग सिमरो सिमर सिमर सुख पावो, बस सिमरन। 8 पहर आराधो प्यारे, वाहे गुरु वाहे गुरु वाहे गुरु वाहे गुरु। क्योंकि गुरु सच्चा है, गुरु ने मार्ग भी सच्चा दसना। सदा शब्द विचार काल विधाउसिया। शब्द दी विचार समझ समझ के अपने हिरदे विच वसा वसा के, वेख पराइयां चंगियां, पराइयां इस्त्रियां पराइयां पुरुष देख के उन्होंने अपना मां समझो, उन्होंने अपना पुत्र समझो। ये ज्ञान अपने मन दे विच वसाया जाएगा तो अखां मैलियां होणियां ही नहीं। काल विधौसिया वो समा हैगा जदों फिर असी काल नूं जमदूत नूं भी अपने कब्जे विच कर लैंदे आ। मौत मीनिंग इहदा यह हैगा कि मौत का भी डर जिहड़ा आ वो दिमाग तो मन तो निकल जाता है। सब तो वड्डा डर मौत का हैगा इंसान के शरीर दे विच। और गुरु महाराज कहते ने पहला मरण कबूल कर, जीवन की छड़ आस। शब्द गुरु का अभ्यास करते 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 सिख मौत ते भी काबू पा लैंदा आ। मौत का भी डर खत्म कर देता। कल आउणी है, अज आ जावे। भाई मनी सिंह साहब जी दे बंद बंद कट्टे जा रहे ने, पता लग रहा मर जाना है, कुछ देर दे विच सवास पूरे हो जाने ने, अपना शरीर त्याग देना है। अडोल बैठे हुए गुरबाणी का जाप कर रहे ने। और गुरु के प्यारे सिख टोकरा सारा बंद बंद कट्टे हुए बंदा दे नाल भर गया, लेकिन उस टोकरे दे विचों भी कट्टे हुए बंदा दे विचों भी गुरबाणी दे जाप की आवाज आ रही है। यह है गुरु महाराज की कृपा। काल विधौसिया ढाडी कथे अकथ शब्द सवारिया। गुरु महाराज अपने आप को ढाडी कह के, अपने आप को गुरु महाराज के घर का वजीर कह के संबोधन कर रहे ने कि अकथ शब्द सवारिया। जो कदी किसी ने शब्द सुनिया ही नहीं सी। एक ओंकार निर्वैर अकाल मूरत, कदी सुने ही नहीं सी ये शब्द किसी ने। ये शब्द पुकार पुकार के कथे अकथ शब्द सवारिया। ये अकथ कथा दे शब्द बोल बोल के बाणी का जाप कर करके अपना आप सवारिया। नानक गुण गह रास हर जियो मेल प्यारिया। महाराज कहते ने इस तरह शब्द का जाप कर करके, सेवा कर करके, गुरमत दे नाल जुड़ के, गुरमत दे धारनी बन के, गुण गह रास, वो गुणा दे खजाने नूं पकड़ ही लिया। ये सारे जिहड़े गुण ने ना साध संगत जी,
सच बोलना, निमरता नाल बोलना, थोड़ा बोलना, मिठा बोलना। बोली बड़ी वड्डी महत्ता रखती है अध्यात्म के मार्ग दे विच साध संगत जी। किसी दे प्यो नूं बुलाना आ, आप जी दे पिता जी का नाम की है, प्यार नाल, वो तेरे प्यो का नाम की है, बस उत्थे ही वट्टा मारता चक्के। बोली का बहुत वड्डा रोल है। ये सारे परमेश्वर के गुण महाराज कहते ने, नानक गुण गह रास हर जियो मेल प्यारिया। हरि दे सारे गुणा दी रास, सारे गुणा का खजाना मिल गया और उस परमेश्वर अकाल पुरख प्यारे दे नाल मेल हो गया। तो साध संगत जी बहुत ही प्यार दे नाल गुरु महाराज ने शब्द उच्चारण किए। आप सारिया संगतां दा गुरु साहब जी दे मुख वजीर हैड ग्रंथी साहब जी, बहुत ही प्यारी रूह, इन्हां दे बहुत बहुत धन्नवाद। आप सारे ने सेवा करन दा दास नूं मौका बख्शिया। बाणी दा जाप करदिआं, गुरबाणी दी विचार करदिआं बेअंत भुलना गलतियां हो गईयां। आप जी ने अपना बच्चा समझ के बख्श देना, अपने जोड़े झाड़न की सेवा करन दा मौका देंदे रहना। इन्नी बेनतियां प्रवान करते हुए फतेह बुलाउंदे आ। वाहेगुरु जी का खालसा, वाहेगुरु जी की फतेह। राम कली।